हेलो नमस्ते सत श्री अकाल आदाब मैं हाँ थोड़ी अपनी दोस्त ते होस्ट संध्या दत्ता ते ਅੱਜ ਅਸੀਂ ਫੇਰ ਲੈ ਕੇ ਆਏ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਮਾਈਗ੍ਰੇਸ਼ਨ ਸੋਲੂਸ਼ਨਸ ਜਿਹਦੇ ਵਿੱਚ ਅਸੀਂ ਤੁਹਾਡੀ ਹਰ ਵਾਰ ਗੱਲ ਕਰਵਾਉਂਦੇ ਆ ਆਪਣੇ ਮਾਈਗ੍ਰੇਸ਼ਨ ਐਕਸਪਰਟ ਮਿਸਿਸ ਦਮਨ ਮਲਿਕ ਜੀ ਦੇ ਨਾਲ ਜੋ ਕਿ ਪਿਛਲੇ 4 ਸਾਲਾਂ ਤੋਂ ਮਾਈਗ੍ਰੇਸ਼ਨ ਦੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਆਪਣੇ ਕਲਾਇੰਟਸ ਨੂੰ ਸਟੂਡੈਂਟਸ ਨੂੰ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਅਸੀਂ ਆਪਣੇ ਪ੍ਰੋਗਰਾਮ ਵਿੱਚ ਐਵਰੀ ਟਾਈਮ ਕੋਈ ਨਵਾਂ ਟੌਪਿਕ ਜਾਂ ਕੋਈ ਨਵੇਂ ਵੀਜ਼ੇ ਬਾਰੇ ਗੱਲ ਕਰਦੇ ਹਾਂ ਡਿਟੇਲ ਵਿੱਚ ਉਹਨਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਵੈਲਕਮ ਕਰਨਾ ਚਾਹੁੰਦੀ ਹਾਂ ਆਪਣੇ ਸਟੂਡੀਓ 'ਚ ਔਰ ਮੇਰੇ ਨਾਲ ਹੈਗੇ ਆ ਮੈਮ ਮਿਸਿਸ ਦਮਨ ਮਲਿਕ ਜੀ ਵੈਲਕਮ ਜੀ ਤੁਹਾਡਾ ਸਟੂਡੀਓ 'ਚ ਆਉਣ ਵਾਸਤੇ ਹਾਂਜੀ ਤੇ ਉਹ ਅੱਜ ਸਾਡੇ ਸਟੂਡੀਓ ਵਿੱਚ ਹੈਗੇ ਆ ਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਗਲੋਬਲ ਟੈਲੈਂਟ ਵੀਜ਼ਾ ਬਾਰੇ ਕਿਉਂਕਿ ਸਾਨੂੰ ਕਾਫੀ ਜਣਿਆਂ ਦੇ ਮੈਸੇजेस ਆਏ ਸੀ ਕਿ ਉਹ ਗਲੋਬਲ ਟੈਲੈਂਟ ਵੀਜ਼ਾ ਕੀ ਹੁੰਦਾ ਹੈ ਉਹਦੇ ਬਾਰੇ ਡਿਟੇਲ ਵਿੱਚ ਜਾਣਨਾ ਚਾਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਡਿਟੇਲ ਵਿੱਚ ਮੈਡਮ ਦੇ ਨਾਲ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਮਿਸਿਸ ਦਮਨ ਜੀ ਗਲੋਬਲ ਟੈਲੈਂਟ ਵੀਜ਼ਾ ਹੁੰਦਾ ਕੀ ਹੈ ਹਾਂਜੀ ਗਲੋਬਲ ਟੈਲੈਂਟ ਵੀਜ਼ਾ ਬੇਸਿਕਲੀ ਇੱਕ ਆਸਟ੍ਰੇਲੀਆ ਦਾ ਇੱਕ ਸਟ੍ਰੀਮਲਾਈਨ ਵੀਜ਼ਾ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਕ ਫੈਸਿਲਿਟੀ ਜਾਂ ਕਹਿ ਲਓ ਇੱਕ ਜ਼ਰੀਆ ਬਣਾਇਆ ਗਿਆ ਤਾਂ ਕਿ ਦੁਨੀਆ ਦੇ ਜਿੰਨੇ ਵੀ ਹਾਈਲੀ ਸਕਿਲਡ ਪ੍ਰੋਫੈਸ਼ਨਲਸ ਵਿਦ ਹਾਈਲੀ ਸਕਿਲਸ ਔਰ ਟੈਲੈਂਟਸ ਜਿਹੜੇ ਉਹਨਾਂ ਕੋਲ ਹੈਗੇ ਆ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਆਸਟ੍ਰੇਲੀਅਨ ਪੋਪੂਲੇਸ਼ਨ ਦੇ ਵਿੱਚ ਅਸਿਮੀਲੇਟ ਕੀਤਾ ਜਾਵੇ। ਓਕੇ ਜੀ। ਆਸਟ੍ਰੇਲੀਅਨ ਟੈਲੈਂਟ ਵੀਜ਼ਾ ਜੋ ਪ੍ਰੋਗਰਾਮ ਹੈ ਇਸ ਥਰੂ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲਦੀ ਹੈਗੀ ਹੈ ਤਾਂ ਕਿ ਉਹ ਇੱਥੇ ਆ ਕੇ ਆਪਣੇ ਟੈਲੈਂਟ ਜਾਂ ਆਪਣੇ ਸਕਿਲਸ ਦੇ ਥਰੂ ਕੋਈ ਨਾ ਕੋਈ ਨਵੀਂ ਹੋਰ ਇਨੋਵੇਸ਼ਨ ਕਰਨ ਜਾਂ ਉਹਨਾਂ ਦੀਆਂ ਜਿਹੜੀਆਂ ਸਕਿਲਸ ਆ ਉਹ ਆਮ ਆਸਟ੍ਰੇਲੀਅਨਸ ਨੂੰ ਕਿੱਦਾਂ ਹੈਲਪ ਕਰ ਸਕਦੀਆਂ ਉਹਦੇ ਵਿੱਚ ਉਹ ਆਪਣਾ ਜੌਬ ਕਹਿ ਲਓ ਜਾਂ ਇੰਪਲੋਇਮੈਂਟ ਕਹਿ ਲਓ ਜਾਂ ਇੱਕ ਬਿਜ਼ਨਸ ਵੱਲੋਂ ਕਹਿ ਲਓ ਈਦਰ ਵੇ ਉਹ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ ਤਾਂ ਕਿ ਬਾਕੀ ਲੋਕ ਵੀ ਉਹਨਾਂ ਤੋਂ ਫਾਇਦਾ ਲੈਣ ਜਾਂ ਉਹਨਾਂ ਤੋਂ ਕੁਝ ਸਿੱਖਣ। ਹਾਂਜੀ ਸੋ ਬੇਸਿਕਲੀ ਇਹ ਤਾਂ ਬਣਾਇਆ ਗਿਆ ਕਾਫੀ ਪ੍ਰਮੋਟ ਕੀਤਾ ਗਿਆ ਇਸ ਵੀਜ਼ੇ ਨੂੰ ਲੋਕਾਂ ਲਈ ਪਸੰਦੀਦਾਰ ਜਾਂ ਜਿਹੜੇ ਕਿ ਐਲੀਜੀਬਲ ਹੈਗੇ ਉਹਨਾਂ ਲਈ ਪਸੰਦੀਦਾ ਵੀਜ਼ਾ ਪ੍ਰੋਗਰਾਮ ਹੈ ਬਿਕਾਜ਼ ਇੱਕ ਤਾਂ ਪਰਮਾਨੈਂਟ ਰੈਜ਼ੀਡੈਂਸੀ ਵੀ ਦਿੰਦਾ ਹੈ। ਹਾਂਜੀ ਪਲੱਸ ਜਿਹੜੇ ਇਹਦੇ ਵਿੱਚ ਦੋਨੋਂ ਤਰ੍ਹਾਂ ਨੂੰ ਫਾਇਦਾ ਹੁੰਦਾ ਇੱਕ ਤਾਂ ਆਸਟ੍ਰੇਲੀਆ ਨੂੰ ਫਾਇਦਾ ਹੁੰਦਾ ਤੇ ਇੱਕ ਜਿਹੜਾ ਜਿਹਨੂੰ ਰੈਜ਼ੀਡੈਂਸੀ ਮਿਲਦੀ ਹੈ ਜਾਂ ਕੋਈ ਸਕਿਲਡ ਵਰਕਰ ਆ ਉਹਨਾਂ ਨੂੰ ਇਕੁਅਲੀ ਫਾਇਦਾ ਹੁੰਦਾ ਕਿਉਂਕਿ ਆਸਟ੍ਰੇਲੀਆ ਇਟਸੈਲਫ ਇਜ਼ ਏ destination for population worldwide because of its lifestyle, because of its good living standards. ਤੁਸੀਂ lately ਦੇਖਿਆ ਹੀ ਹੋਣਾ ਜਿਹੜੀ ਕਿ ਬੈਸਟ ਸਿਟੀਜ਼ ਵਿਦ ਰਿਗਾਰਡਸ ਟੂ ਲਾਈਫਸਟਾਈਲ ਜਿਹੜੀ ਲਿਸਟ ਆਈ ਹੈ ਉਹਦੇ ਵਿੱਚ 3 ਆਸਟ੍ਰੇਲੀਅਨ ਸਿਟੀਜ਼ ਹੈਗੇ ਹੈ। ਹਾਂਜੀ ਸੋ ਦੇਖਿਆ ਜਾਵੇ ਤਾਂ ਐਵਰੀਬਡੀ ਬੈਨੀਫਿਟਸ ਥਰੂ ਦਿਸ ਵੀਜ਼ਾ ਪ੍ਰੋਗਰਾਮ ਐਂਡ that's why it's getting popular among the population. ਹਾਂਜੀ ਕਿਉਂਕਿ ਕਾਫੀ ਲੋਕੀ ਜਾਣਨਾ ਚਾਹੁੰਦੇ ਸੀ ਕਿਉਂਕਿ ਆਈ ਥਿੰਕ ਇਹ ਪਪੂਲਰ ਹੈਗਾ ਤੇ ਜਿਹੜੇ ਲੋਕੀ ਜਾਣਦੇ ਉਹ ਅਪਲਾਈ ਡੈਫੀਨੇਟਲੀ ਕਰਦੇ ਆ ਬਟ ਕਾਫੀ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਕਿ ਬੇਸਿਕਲੀ ਵੀਜ਼ਾ ਕੀ ਆ ਤੇ ਮੈਂ ਜਾਣਨਾ ਚਾਹੁੰਦੀ ਆ ਨਾਲੇ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿਹੜੇ ਐਪਲੀਕੈਂਟ ਇਸ ਵੀਜ਼ਾ ਦੇ ਥਰੂ ਬੈਨੀਫਿਟ ਲੈ ਸਕਦੇ ਆ। ਹਾਂਜੀ ਕਿਉਂਕਿ ਇਹ ਜਿਹੜਾ ਵੀਜ਼ਾ ਪ੍ਰੋਗਰਾਮ ਦਾ ਨਾਮ ਹੀ ਗਲੋਬਲ ਟੈਲੈਂਟ ਹੈ ਦਾ ਮਤਲਬ ਇਹ ਹੈ ਕਿ ਦੇ ਵਾਂਟ ਟੂ ਅਟਰੈਕਟ ਟੈਲੈਂਟਡ ਪੀਪਲ ਸਕਿਲਡ ਪੀਪਲ ਹਾਈਲੀ ਸਕਿਲਡ ਪੀਪਲ ਇਨ ਫੈਕਟ ਫਰਮ ਆਲ ਓਵਰ ਦ ਵਰਲਡ। ਹਾਂਜੀ ਸੋ ਉਹਨਾਂ ਨੇ ਗਵਰਨਮੈਂਟ ਨੇ 10 ਇੱਦਾਂ ਦੇ ਸੈਕਟਰ ਰੱਖਿਆ ਜਿਹਦੇ ਵਿੱਚ ਉਹ ਸਪੈਸ਼ਲ ਪ੍ਰਾਇੋਰਟੀ ਦਿੰਦੇ ਆ ਉਹਦਾ ਪ੍ਰੋਫੈਸ਼ਨਲਸ ਨੂੰ ਤਾਂ ਕਿ ਆਸਟ੍ਰੇਲੀਆ ਆ ਕੇ ਤੇ ਉਹ ਆਪਣੀ ਇਨੋਵੇਸ਼ਨ ਕਹਿ ਲਓ ਜਾਂ ਪ੍ਰਮੋਟ ਕਰਨ ਜਾਂ ਆਪਣੀਆਂ ਸਕਿਲਸ ਆਸਟ੍ਰੇਲੀਅਨਸ ਨੂੰ ਟ੍ਰਾਂਸਫਰ ਕਰਨ ਤਾਂ ਕਿ ਉਸ ਫੀਲਡ ਦੇ ਵਿੱਚ ਇਨੋਵੇਸ਼ਨ ਹੋ ਸਕੇ। ਸੋ 10 ਫੀਲਡਸ ਹੈਗੀਆਂ ਜਿਹਦੇ ਵਿੱਚ ਐਗਰੀ ਫੂਡ ਐਗਰੀ ਟੈਕ ਡਿਜੀਟਲ ਟੈਕਨੋਲੋਜੀ ਹੈਲਥ ਇੰਡਸਟਰੀਜ਼ ਐਂਡ I would say energy sector is important, education, financial technologies and financial sector. These are the areas where they are actually looking forward to have talented professional to apply for this visa which are given the priority over anybody else. 2020 ਤੇ 2021 ਦੇ ਵਿੱਚ 15,000 places allot ਕੀਤੀਆਂ ਗਈਆਂ ਸੀ for this visa grant ਜਿਹਦੇ ਵਿੱਚੋਂ ਕਾਫੀ ਪਲੇਸਿਸ ਇਹਨਾਂ 10 ਸੈਕਟਰਸ ਲਈ ਸੀਗੇ ਨੂੰ ਟਾਰਗੇਟ ਸੈਕਟਰਸ ਬੇਸਿਕਲੀ ਕਹਿੰਦੇ। ਹਾਂਜੀ ਤੇ ਕੁਝ ਪਲੇਸਿਸ ਇੱਦਾਂ ਦੀਆਂ ਵੀ ਸੀ ਜੋ ਕਿ PhD ਗ੍ਰੈਜੂਏਟਸ ਜਾਂ ਅਬਾਊਟ ਟੂ ਗ੍ਰੈਜੂਏਟ ਇਨ ਅ PhD ਪ੍ਰੋਗਰਾਮ ਉਹਨਾਂ ਲਈ ਰੱਖੀਆਂ ਗਈਆਂ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਗਈ ਕਿ ਉਹ ਇਸ ਵੀਜ਼ੇ ਵਿੱਚ ਅਪਲਾਈ ਕਰ ਸਕਣ।
ਹਾਂਜੀ ਜਿਹੜੇ ਐਪਲੀਕੈਂਟਸ ਹੈਗੇ ਆ ਉਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਇੰਪੋਰਟੈਂਟ ਹੈਗਾ ਇਨ ਦੀ ਸੈਂਸ ਕਿ ਹਾਊ ਵੁੱਡ ਯੂ ਪ੍ਰੂਵ yourself that you are talented just because you have a qualification or prominence in the field that you work in is perhaps not enough. Somebody has to nominate the person in that field. There has to be evidences to their achievements that they are recognized globally in that field. For example, patents, any kind of professional awards, or international publications and membership of certain organizations where only eligible, highly professional, skilled individuals can be members. Usually in the medicine field, technology field, preferred. So these are the people. Also, we have to understand that because they're highly skilled, their level of earning becomes very high. They have to earn at least at $153,000 dollars. So that's another way to prove that their skill is highly valued. So, ਹਾਂਜੀ ਹਾਂਜੀ ਕਹਿਣ ਦਾ ਮਤਲਬ ਹੈ ਤੇ ਕਾਫੀ ਕੈਟੇਗਰੀਜ਼ ਆਉਂਦੀਆਂ ਇਹਦੇ ਵਿੱਚ ਯਾਨੀ ਕਿ ਕਾਫੀ ਜਿਹੜੇ ਆਕੂਪੇਸ਼ਨਸ ਹੈਗੇ ਆ ਉਹ ਇਨਕਲੂਡ ਹੁੰਦੇ ਆ ਤੇ ਕਾਫੀ ਜਾਣੇ ਇਹਦਾ ਫਾਇਦਾ ਚੱਕ ਸਕਦੇ ਆ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਸ ਵੀਜ਼ੇ ਨੂੰ ਅਪਲਾਈ ਕਰਨ ਦਾ ਕੀ ਪ੍ਰੋਸੈਸ ਹੈਗਾ ਇਹਨੂੰ ਕਿੱਦਾਂ ਅਪਲਾਈ ਕੀਤਾ ਜਾ ਸਕਦਾ ਅਗਰ ਕੋਈ ਐਪਲੀਕੈਂਟ ਹੈਗਾ ਉਸ ਇਸ ਕੈਟੇਗਰੀਜ਼ ਵਿੱਚ ਆਕੂਪੇਸ਼ਨ ਵਿੱਚ ਆਉਂਦਾ ਆ ਤੇ ਉਹ ਕਿੱਦਾਂ ਆਪਣਾ ਪ੍ਰੋਸੈਸ ਸਟਾਰਟ ਕਰ ਸਕਦਾ ਆ ਤੁਸੀਂ ਡਿਟੇਲ ਵਿੱਚ ਪਲੀਜ਼ ਦੱਸੋ ਇਹਦੇ ਬਾਰੇ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਹੁਣੀ ਕਿਹਾ ਕਿ ਉਹਨਾਂ ਕੋਲ ਪ੍ਰੋਫੈਸ਼ਨਲ ਅਚੀਵਮੈਂਟਸ ਜੋ ਉਹਨਾਂ ਨੇ ਕੀਤੀਆਂ ਹੈਗੀਆਂ ਉਹਦਾ ਐਵੀਡੈਂਸ ਹੋਣਾ ਚਾਹੀਦਾ ਮੈਂਬਰਸ਼ਿਪਸ ਦਾ ਪ੍ਰੂਫ ਹੋਣਾ ਚਾਹੀਦਾ ਜਾਂ ਪਬਲੀਕੇਸ਼ਨਸ ਦਾ ਪ੍ਰੂਫ ਹੋਣਾ ਚਾਹੀਦਾ ਹਾਂਜੀ they have to prove that they will have no difficulty looking for an employment in Australia because they're highly skilled and there is shortage of professionals in that area. वो सब count होएगा. लेकिन to apply the visa after this documentation, they would have to do an expression of interest with the department so that the department gets to know there is such and such individual who is interested in living in Australia on permanent basis and having these kind of skills and talent. So after the EOI expression of interest, an invitation will be given. And if the EOI is successful and an invitation is given, the person can apply for the visa, provided they have somebody in Australia as an individual or an organization to nominate them for their talent. So if everything is all together, then the process becomes very easy. The grant usually is not very hard because of the evidence attached to the application with regards to their achievements and many other things. ਹਾਂਜੀ ਤੇ ਜਿੱਦਾਂ ਕੋਈ ਅਪਲਾਈ ਕਰਦਾ ਐਪਲੀਕੈਂਟ ਡੈਫੀਨਿਟਲੀ ਉਹਦਾ ਕੋਈ ਪ੍ਰੋਸੈਸਿੰਗ ਟਾਈਮ ਹੁੰਦਾ ਆ ਤੇ ਕੋਈ ਲਿਮਿਟਡ ਜਿਹੜਾ ਮੈਕਸਿਮਮ ਉਹਦਾ ਟਾਈਮ ਲਿਮਿਟ ਕੀ ਹੈਗੀ ਹੈ ਜਦੋਂ ਐਪਲੀਕੈਂਟ ਅਪਲਾਈ ਕਰਦਾ ਹੈ ਤੇ ਉਹਨੂੰ ਅਪਰੂਵਲ ਮਿਲ ਜਾਂਦੀ ਆ ਹਾਂਜੀ ਜਿਹੜਾ ਜ਼ਿਆਦਾ ਟਾਈਮ ਲੱਗਦਾ ਹੈਗਾ ਉਹ ਲੱਗਦਾ ਆਪਣਾ EOI ਜਦੋਂ ਤੁਸੀਂ ਲਗਾਉਂਦੇ ਹੋ ਉਹ ਤੇ ਟਾਈਮ ਲੱਗ ਸਕਦਾ ਕਿ EOI ਲਗਾਉਣ ਤੋਂ ਬਾਅਦ how long did it take to get the invitation, but once the invitation is on the table and visa is applied within the certain time, set time on the invitation, it takes from 2 to maybe 6 months. The visa grant is pretty quick simply because of the like I said, the documentation on the skill and the talent of the applicant. ਹਾਂਜੀ ਤੇ ਤੁਸੀਂ ਜੋ ਦੱਸ ਰਹੇ ਹੋ ਗਲੋਬਲ ਟੈਲੈਂਟ ਵੀਜ਼ਾ ਬਾਰੇ ਇਹ ਜਿਹੜਾ ਵੀਜ਼ਾ ਹੈਗਾ ਇਹ ਔਨਸ਼ੋਰ ਰਹਿ ਕੇ ਕੀਤਾ ਜਾ ਸਕਦਾ ਹੈ ਜਾਂ ਆਫਸ਼ੋਰ ਜਿਹੜਾ ਹੈਗਾ ਉਹ ਵੀ ਕਰ ਸਕਦਾ ਹੈ ਜਾਂ ਇਟਸ ਜਸਟ ਹਾਂਜੀ ਇਹ ਜਿਹੜਾ ਵੀਜ਼ਾ ਬੇਸਿਕਲੀ ਦੋਨੇ ਪਾਸੇ ਹੋਏਗਾ ਔਨਸ਼ੋਰ ਵੀ ਹੋਏਗਾ ਆਸਟ੍ਰੇਲੀਆ ਵਿੱਚ ਰਹਿੰਦੇ ਵੀ ਹੋਏਗਾ ਬਿਕਾਜ਼ ਲਾਈਕ ਆਈ ਸੈਡ ਕਿ ਜਿਹੜੇ PhD ਗ੍ਰੈਜੂਏਟਸ ਜਾਂ ਅਬਾਊਟ ਟੂ ਬੀ ਗ੍ਰੈਜੂਏਟਸ ਉਹ ਐਲੀਜੀਬਲ ਹੁੰਦੇ ਆ ਡਿਪੈਂਡਿੰਗ ਅਪਨ ਦ ਫੀਲਡ ਆਫ ਦ ਰਿਸਰਚ ਫॉर ਦ ਡਾਕਟਰੇਟ ਬਟ ਜਿਹੜੇ ਆਫਸ਼ੋਰ ਵੀ ਹੈਗੇ ਆ ਉਹ ਵੀ ਐਲੀਜੀਬਲ ਯੈਸ ਡੈਫੀਨਿਟਲੀ ਕੰਪਲੀਟਲੀ ਐਲੀਜੀਬਲ ਡਿਪੈਂਡਿੰਗ ਅਪਨ ਕਿ ਕਿਸ ਹਿਸਾਬ ਨਾਲ ਟੈਲੈਂਟਡ ਐਂਡ ਉਹ 10 ਜਿਹੜੀਆਂ ਕੈਟੇਗਰੀਜ਼ ਹੈਗੀਆਂ ਟਾਰਗੇਟ ਸੈਕਟਰਸ ਹੈਗੇ ਆ ਜਿਹਦੇ ਵਿੱਚ ਗਵਰਨਮੈਂਟ ਨੂੰ skilled professionals ਚਾਹੀਦੇ ਆ ਜੇ ਉਹਨਾਂ ਵਿੱਚ ਉਹ ਪੈਰ ਰੱਖਦੇ ਆ ਤਾਂ ਹੋਰ ਵੀ ਅੱਛਾ ਹੋਏਗਾ ਉਹਨਾਂ ਲਈ ਤੇ ਯੈਸ ਆਫਸ਼ੋਰ ਵੀ ਇਹ ਵੀਜ਼ਾ ਅਪਲਾਈ ਹੁੰਦਾ
ਓਕੇ, ਮਤਲਬ ਕਿ ਜਿਹੜਾ ਵੀਜ਼ਾ ਹੈਗਾ ਇਹ ਦੋਨਾਂ ਵਾਸਤੇ ਬੈਨੀਫਿਸ਼ਰੀ ਹੈ। ਅਗਰ ਤੁਹਾਡੀ ਆਕੂਪੇਸ਼ਨ ਉਹਦੇ ਵੀ ਲਿਸਟ ਵਿੱਚ ਆਉਂਦੀ ਆ, ਅਗਰ ਤੁਸੀਂ ਔਨਸ਼ੋਰ ਹੋ ਜਾਂ ਆਫਸ਼ੋਰ ਹੋ, ਤੁਸੀਂ ਮਤਲਬ ਆਪਣਾ ਰੂਲਸ ਫੋਲੋ ਕਰਕੇ ਇਸ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਹੋ। ਹਾਂਜੀ, ਸੀ ਇਹ ਇੱਕ ਤਾਂ ਇਹ ਆਪਾਂ ਡਿਸਕਸ ਕੀਤਾ ਕਿ independent global talent independent visa program. ਹਾਂਜੀ, there is also another program where global talent visa is sponsored okay, by companies, but the threshold is very high for such an organization or a business to sponsor somebody for their talent, which is around they have to have a turnaround of $4 million a year. So ਉਹ ਵੀ ਇੱਕ ਜ਼ਰੀਆ ਹੈਗਾ, ਲੇਕਿਨ ਉਹਦੇ ਵਿੱਚ ਕਾਫੀ ਹੋਰ ਚੀਜ਼ਾਂ ਇਨਵੋਲਵ ਹੋ ਜਾਂਦੀਆਂ, ਜਿਹੜਾ ਕਿ ਅੱਜ ਦੇ ਟਾਈਮ ਤੇ ਜ਼ਿਆਦਾ ਪਪੂਲਰ ਵੀਜ਼ਾ ਪ੍ਰੋਗਰਾਮ ਇਸ ਕੈਟੇਗਰੀ 'ਚ ਹੈ ਉਹ ਇੰਡੀਪੈਂਡੈਂਟ ਪ੍ਰੋਗਰਾਮ ਹੀ ਹੈ, ਜਿਹਦੇ ਵਿੱਚ ਜਿਹੜਾ ਐਪਲੀਕੈਂਟ ਆ ਉਹ ਇੰਡੀਪੈਂਡੈਂਟਲੀ ਟੈਲੈਂਟਡ ਤੇ ਸਕਿਲਡ ਹੈਗਾ ਐਂਡ ਦੇ ਵਾਂਟ ਕਿ ਉਹ ਆਪਣਾ ਟੈਲੈਂਟ ਜੋ ਆ ਆਸਟ੍ਰੇਲੀਆ 'ਚ ਲੈ ਕੇ ਆਉਣ, ਤਾਂ ਕਿ ਆਸਟ੍ਰੇਲੀਆ ਨੂੰ ਉਸ ਟੈਲੈਂਟ ਤੋਂ ਫਾਇਦਾ ਹੋਏ, ਉਸ ਫੀਲਡ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਸਾਨੂੰ ਚਾਹੀਦੇ ਉਹਨਾਂ ਦੀ ਕਮੀ ਪੂਰੀ ਹੋ ਸਕੇ, ਤਾਂ ਕਿ Australia, independent from other countries, can do some more innovation and creative work, which is not possible otherwise, because Australia probably doesn't have that kind of professional by themselves. ਹਾਂਜੀ, okay. ਤੇ ਨਾਲੇ ਜਿੱਦਾਂ ਹੁਣ ਤੁਸੀਂ ਕਾਫੀ ਡਿਟੇਲ ਵਿੱਚ ਦੱਸਤਾ ਗਲੋਬਲ ਟਰੈਵਲ ਵੀਜ਼ਾ ਬਾਰੇ, ਮੈਂ ਪੁੱਛ ਚਾਹੁੰਦੀ ਹਾਂ ਕਿ ਇਹਦਾ ਕੋਈ ਪੁਆਇੰਟ ਸਿਸਟਮ ਵੀ ਹੁੰਦਾ ਹੈ, ਜਿੱਦਾਂ ਅਸੀਂ ਪਹਿਲਾਂ ਆਪਣੇ ਪਿਛਲੇ ਪ੍ਰੋਗਰਾਮਸ 'ਚ ਗੱਲ ਕੀਤੀ ਸੀ ਕਿ ਹਰ ਵੀਜ਼ਾ ਦੇ ਥੱਲੇ ਕੋਈ ਨਾ ਕੋਈ ਪੁਆਇੰਟ ਸਿਸਟਮ ਹੈਗਾ ਆ ਜਾਂ not that's been specified at the moment. ਹਾਂਜੀ, see 1st of July ਨੂੰ ਸਭ ਕੁਝ ਰਿਵਾਈਜ਼ ਹੁੰਦਾ, for example the salary level like I said 153,000 plus, ਹਾਂਜੀ, और रिवाइज होएगा, ਹੋਰ ਜਿਹੜੀਆਂ ਕੋਈ ਕੰਡੀਸ਼ਨਸ ਹੋਣੀਆਂ ਰਿਵਾਈਜ਼ ਹੋਣੀਆਂ, ਬਟ देयर इज नो point system at the moment, because ਜੇ ਤੁਸੀਂ ਦੇਖੋ ਕਿ ਕੋਈ ਇੰਨਾ highly talented with cutting edge skills, you know, they have and they have a great career in whatever occupation they belong to, they probably already passed the point. Hanji, so you're right. So they probably do not fall in that category, but they have to prove their skill and talent in a point system, but their publications or their achievements as a differently talented person, or their achievements as registering a patent or different kind of research, cutting edge research in a different field, it speaks for itself for them. ਹਾਂਜੀ, ਓਕੇ ਜੀ। ਤੇ ਨਾਲੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਾਫੀ ਇੰਟਰਨੈਸ਼ਨਲ ਸਟੂਡੈਂਟ ਸਟਕ ਹੈਗੇ ਆ, ਯੂ ਨੋ, ਉਹ ਵਾਪਸ ਗਏ ਸੀ, ਆ ਨਹੀਂ ਪਾਏ ਹੈਗੇ, ਇਟਸ ਬੀਨ ਲਾਈਕ 1 ਸਾਲ ਤੋਂ ਵੀ ਉੱਪਰ ਹੋ ਗਿਆ, ਤੇ ਕੋਈ ਟਰੈਵਲ ਐਡਵਾਈਜ਼ਰੀ ਹੈਗੀ ਆ ਇੰਡੀਆ ਵਾਸਤੇ, ਲਾਈਕ ਉਹਦੇ ਬਾਰੇ ਕਾਫੀ ਜਾਣੇ ਡਿਟੇਲ ਵਿੱਚ ਜਾਣਨਾ ਚਾਹੁੰਦੇ ਆ। ਹਾਂਜੀ, like we know कि every few weeks or every few days जिस तरह change हो रही है situation इंडिया ਦੇ ਵਿੱਚ ਜਾਂ globally कोविड ਨੂੰ ਲੈ ਕੇ pandemic ਨੂੰ ਲੈ ਕੇ situations change ਹੋ ਰਹੀਆਂ, ਉਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ travel advisory ਜੋ ਹੈ ਆਸਟ੍ਰੇਲੀਆ ਨੇ ਜੋ ਜਾਰੀ ਕਰਨੀ ਹੈ ਉਹ change ਹੁੰਦੀ ਹੈ। ਸੋ ਫਿਲਹਾਲ ਜੋ travel advisory ਇੰਡੀਆ ਲਈ ਹੈ, ਉਹਨਾਂ ਨੇ ਪਿੱਛੇ ਜੇ ਤਾਂ ਕਹਿਤਾ ਸੀਗਾ ਕਿ ਬਿਲਕੁਲ ਨਹੀਂ ਜਾ ਸਕਦੇ, all that borders are closed. Now they have come up with a few categories of people who can travel back and forth from India. For example, people traveling as critical workers to help India during this pandemic, or Australian citizens or permanent residents traveling to India to for a close relative who's probably sick or deceased, for their funeral they can travel. There are other categories that the Australian citizens and PR permanent residents can travel to India for their children who may be there, or their parents who are also residents but they cannot travel on their own. So ਇੰਡੀਆ ਜਾ ਕੇ ਉਹਨਾਂ ਨੂੰ ਆਪਣੇ ਨਾਲ ਲਿਆ ਸਕਦੇ ਆ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈਗੀ, ਪੁਆਇੰਟ ਹੈਗਾ, ਜਾਂ ਕਹਿ ਲਓ ਕਿ ਐਗਜ਼ੰਪਸ਼ਨ ਦਿੱਤੀ ਗਈ ਹੈ ਕਿ ਹਾਂ ਬਿਕਾਜ਼ ਜੋ ਕ੍ਰਿਟੀਕਲੀ ਇਲ ਹੈ ਜਾਂ ਕੋਈ ਬਿਮਾਰ ਹੈ, ਉਹ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਦਾ ਕਲੋਜ਼ ਰਿਲੇਟਿਵ ਇੱਥੇ ਹੀ ਹੈ, ਤੇ ਕਈ ਸਿਚੁਏਸ਼ਨ ਬਹੁਤ ਇੰਪੋਰਟੈਂਟ ਹੋ ਜਾਂਦਾ ਫੈਮਲੀਜ਼ ਲਈ ਕਿ ਉਹ ਵਾਪਸ ਜਾ ਕੇ ਐਟਲੀਸਟ ਦੇਖ ਸਕਣ। There was another case like this where one particular case I remember where the mother is here and she let her daughter, that's 2-year-old, last year let her travel with
grandma to India along with her sister. हाँ जी. Unfortunately, the grandma passed away when she was there, and the sister that traveled back is not permanent resident but only a temporary resident. She holds 485, so she cannot travel back to Australia. But the little baby, who was 2 years old at that time, cannot also travel back because she doesn't have a person to accompany her back. Yes. And they were not giving the sister, who is temporary resident, an exemption to travel back with the 2-year-old citizen. हाँ जी. So the situation was very emotional for the family, because if she travels back, somehow if she happens to travel back, there will be nobody to take care of her children in Australia if she travels to India to take care of the child. Because when she travels back, there is a quarantine. So there was a very emotional situation for the family, mostly because the grandma passed away. If the grandma was there, she would be taking care of the baby. For those families who are overseas like this, for them it will be very helpful that they can go back and bring their family back, bring their children or parents back to Australia who are citizens and permanent residents, and it will be very good for them. हाँ जी. क्योंकि सिचुएशंस काफी इदां ਦੀਆਂ ਅਸੀਂ ਲਾਈਕ ਸਾਨੂੰ ਦੇਖਣ ਨੂੰ ਮਿਲੀਆਂ ਵੀ ਹੈਗੀਆਂ, ਸਾਡੇ ਫਰੈਂਡਸ ਵੀ go through ਹੋਇਆ, ਤੇ ਅਸੀਂ ਸਮਝ ਸਕਦੇ ਆ ਕਿ ਕਾਫੀ ਪ੍ਰੋਬਲਮ ਆਈ ਹੈਗੀ ਆ ਡਿਊ ਟੂ ਕੋਵਿਡ ਤੇ ਬਾਰਡਰਸ ਕਲੋਜ਼ ਹੈਗੇ ਆ. ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਗਵਰਨਮੈਂਟ ਕੀ ਕਰਦੀ ਪਈ ਆ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਟਕ ਹੈਗੇ ਆ ਉਹਨਾਂ ਨੂੰ ਲਿਆਉਣ ਵਾਸਤੇ ਉਹਨਾਂ ਨੇ ਕੋਈ ਪਲਾਨ ਬਣਾਇਆ ਹੈਗਾ ਜਾਂ ਕੁਝ ਵੀ ਇਦਾਂ ਦਾ ਉਹ ਲਾਈਕ ਕਰਦੀ ਪਈ ਹੈਗੀ ਆ, ਮਤਲਬ ਕੀ ਕਰਦੀ ਪਈ ਬੇਸਿਕਲੀ ਪ੍ਰੋਸੈਸ? ਹਾਂਜੀ, ਰੀਸੈਂਟਲੀ ਗਵਰਨਮੈਂਟ ਆਫ ਨਿਊ ਸਾਊਥ ਵੇਲਸ ਉਹਨਾਂ ਨੇ ਇੱਕ ਐਡਵਾਈਜ਼ਰੀ ਕੱਢਿਆ. they're calling it pilot plan. Basically they are trying to say that they want to bring their international students back to their state, when the new ones or the ones who were gone offshore at that time when the borders got closed last March to 2020. So what they're saying is that they want to bring them back and they will quarantine them. And they are planning that there will be 250 international students traveling back to New South Wales fortnightly. So they are including international students as part of the people who are actually traveling from overseas back to Australia. Earlier, we will not know anybody say that besides Australians, anybody else can travel back and still quarantine. There were strictly only Australians coming back to Australia, and they were quarantined. But New South Wales have come forward with this pilot plan and said, look, no, Australian international students are important to us. They come from diverse countries and backgrounds. They form a very important part of their economy. The economy has been suffering. They have accounted it for $1.5 billion. Because there are no international students available for the jobs, for many other, in fact, for study as well. Because when they study, they do contribute to the economy in a great way. So what they're saying is that totally they had almost 2.5 lakh international students ਉਹਨਾਂ ਦੀ state ਦੇ ਵਿੱਚ, ਜਿਹਦੇ ਵਿੱਚੋਂ 90,000 jobs ਜੋ ਕਰ ਰਹੇ ਸੀ ਉਸ time ਤੇ vacant ਹੈਗੀਆਂ. So ਜਿਨ੍ਹਾਂ ਨੂੰ Australians ਵੀ fill up ਨਹੀਂ ਕਰ ਰਹੇ. So basically ਇਹਨਾਂ ਨੇ ਜੋ ਪਾਇਲਟ ਪਲਾਨ ਹੈਗਾ, ਇਹ ਇਹਨਾਂ ਨੇ ਇੱਕ ਆਪਣੀ ਇਕਨੋਮੀ ਨੂੰ ਬੂਸਟ ਕਰਨ ਲਈ ਅੱਗੇ ਲਿਆਂਦਾ, ਤਾਂ ਕਿ ਜਿਹੜੀ ਇਕਨੋਮੀ ਉਹ ਰਿਕਵਰ ਕਰੇ ਲੌਸਸ ਤੋਂ, ਜੋ ਕਿ ਜੇ ਇੰਟਰਨੈਸ਼ਨਲ ਸਟੂਡੈਂਟ ਨਹੀਂ ਆਉਂਦੇ ਤੇ ਉਹ ਕੰਟੀਨਿਊਅਲੀ ਹੈ. It's not stopping. The losses are not stopping anywhere. You're right. So that is basically the intentions behind this pilot plan of New South Wales government. The other important part they have highlighted is that this is not going to be any loss or any hassle to Australian government financially, because students will pay for their own 14-day quarantine. But it is just which comes up to $3,000 per week. But
including them in that program of just bringing them back home along the other Australians they are bringing. That's around 3,000 Australians they are bringing every week. So it is just another way of helping the economy and helping the students. हाँ जी ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਕਾਫੀ ਇੰਟਰਨੈਸ਼ਨਲ ਸਟੂਡੈਂਟ ਵੈਸੇ ਹੀ ਬਹੁਤ ਪਰੇਸ਼ਾਨ ਹੈਗੇ ਆ ਕਿਉਂਕਿ ਕੋਈ ਵੇ ਆਊਟ ਨਹੀਂ ਮਿਲ ਰਿਹਾ ਤੇ ਆਈ ਥਿੰਕ ਇਹ ਬਹੁਤ ਅੱਛਾ ਇੱਕ ਵੈਲਕਮਿੰਗ ਪਲਾਨ ਹੈਗਾ ਤਾਂ ਕਿ ਜਿਹੜੇ ਫਿਊਚਰ 'ਚ ਸਟੂਡੈਂਟ ਸਟਕ ਹੈਗੇ ਆ ਕਾਫੀ ਲੋਕੀ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਫਰਦਰ ਆਪਣੇ ਕਿਉਂਕਿ ਸਟੂਡੈਂਟਸ ਹੈਗੇ ਉੱਥੇ ਬੈਠ ਕੇ ਪੜ੍ਹ ਰਹੇ ਆ ਆਨਲਾਈਨ ਸਟੱਡੀਜ਼ ਕਰ ਰਹੇ ਆ ਬਟ ਉਹਨਾਂ ਦੇ ਵਾਸਤੇ ਕੋਈ ਰੇ ਆਫ ਹੋਪ ਨਹੀਂ ਹੈਗੀ ਤੇ ਆਈ ਥਿੰਕ ਇਹ ਰੇ ਆਫ ਹੋਪ ਹੈਗੀ ਸਾਰਿਆਂ ਵਾਸਤੇ ਤੇ ਤੁਸੀਂ ਕਿਉਂਕਿ ਤੁਸੀਂ ਮਾਈਗ੍ਰੇਸ਼ਨ ਵਿੱਚ ਕਾਫੀ ਦੇਰ ਤੋਂ ਹੈਗੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਆ ਪਲਾਨ ਹੈਗਾ ਆ ਉਹ ਕਿੰਨਾ ਕੁ ਫਿਊਚਰ ਵਿੱਚ ਜਾ ਕੇ ਸਕਸੈਸਫੁਲ ਰਹੂਗਾ ਜਾਂ ਕਿੰਨਾ ਕੁ ਬੈਨੀਫੀਸ਼ੀਅਲ ਰਹੂਗਾ ਸਾਡੇ ਸਟੂਡੈਂਟਸ ਵਾਸਤੇ ਹਾਂਜੀ it is more of not looking at its success because 250 students per week or rather I think it was per fortnight from the mid of this year. It's not a big number, कोई बड़ा number नहीं है, but it's an encouraging sign and it's also a leading sign providing a leadership for other states to do similar programs and allow for similar opportunities for the international students where students will pay for their own quarantine but they are happy to travel along with the other Australians who want to come back to their country. So basically it's also putting an importance to the international export of education that Australia does in billions of dollars every year. It should not इदा नहीं है कि उन्हें नज़रअंदाज करता जाए उन्होंने importance दे के चाहे 250 स्टूडेंट ही है गया fortnight but still उन्होंने include करने नाले ये दसना चाहे कि they are leading an example for other states to do similar plans programs. ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਸਟੂਡੈਂਟਸ ਆ ਉਹ ਪਹਿਲਾਂ ਇੱਥੇ ਆਉਣਗੇ ਕਰੰਟ ਆਈ ਨੋ ਇਟਸ ਅ ਵੈਰੀ ਗੁੱਡ ਥਿੰਗ ਜੋ ਕਰਦੇ ਪਏ ਹੈ ਬਟ ਕਾਫੀ ਸਟੂਡੈਂਟਸ ਜਿੱਦਾਂ ਹੁਣ ਕੋਵਿਡ ਕਰਕੇ ਕਾਫੀਆਂ ਦੇ ਜਿਹੜੇ ਪੇਰੈਂਟਸ ਹੈਗੇ ਆ ਫਾਈਨੈਂਸ਼ਲੀ ਉਹਨਾਂ ਦੇ ਬਿਜ਼ਨਸਿਸ ਹੈਗੇ ਆ ਜਾਂ ਉਹਨਾਂ ਨੂੰ ਕਲੋਜ਼ ਕਰਨੇ ਪੈ ਗਏ ਉਹਨਾਂ ਵਾਸਤੇ ਡੈਫੀਨਿਟਲੀ ਕੁਝ ਵਾਸਤੇ ਪ੍ਰੋਬਲਮ ਹੋ ਸਕਦੀ ਆ ਕੇ ਆਪਣਾ ਕੁਆਰੰਟਾਈਨ ਵਾਸਤੇ ਇੰਨਾ ਸਪੈਂਡ ਕਰਨਾ ਤੇ ਹਾਂਜੀ ਦੇਖੋ ਥੋੜਾ ਹੋਰ ਵਧੀਆ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ देखो more than earlier is better but I think this is a good start जिथे कि वो students ਨੂੰ opportunity ਦੇ ਰਹੇ ਹੈ ਕਿ ਉਹ welcome ਕਰ ਰਹੇ ਕਿ आओ and if you can pay for your own quarantine ਜੇ ਤੁਸੀਂ ਤੁਹਾਡੀ financially ਤੁਸੀਂ good ਹੈਗੇ ਆ ਤੇ ਤੁਸੀਂ ਇਹ pay ਕਰੋ ਤੇ ਆ ਕੇ ਤੇ ਦੁਬਾਰਾ ਆਪਣੀ ਸਟੱਡੀ ਨੂੰ ਕੰਟੀਨਿਊ ਕਰੋ ਜਾਂ ਆਪਣੀ ਜੋ ਸਾਡੀ ਇਕਨੋਮੀ ਦਾ ਪਾਰਟ ਅਸੀਂ ਬਣਾਉਣਾ ਚਾਹੁੰਦੇ ਉਹਨਾਂ ਨੂੰ ਇਕਨੋਮੀ ਨੂੰ ਬੂਸਟ ਦੇਣ ਲਈ ਉਹਦਾ ਪਾਰਟ ਬਣੋ I think all in all student they favor the gal hai because like I said before in the beginning of the program Australia is a lifestyle destination. Not only they will study and live here but also would want to be part of Australian culture for times to come because they slowly not only study and would want to stay here because of their skills but because they assimilate so well in Australian culture because of what they have learned. So it is just an encouraging step. I think students who are capable of paying for their own quarantine should take an advantage of this program and especially the students who are actually studying in New South Wales will be very happy to go forward and put their name up. ਹਾਂਜੀ ਚਲੋ ਦੇਖਦੇ ਹਾਂ ਜਿਹੜਾ ਨਿਊ ਸਾਊਥ ਵੇਲਸ ਗਵਰਨਮੈਂਟ ਪਲਾਨ ਹੈਗਾ ਕਿੱਦਾਂ ਵਰਕ ਕਰਦਾ ਤੇ ਅਸੀਂ ਹੋਪ ਕਰਦੇ ਹਾਂ ਕਿ ਕੁਇਨਸਲੈਂਡ ਗਵਰਨਮੈਂਟ ਜਾਂ ਬਾਕੀ ਸਾਰੇ ਜਿਹੜੇ ਹੈਗੇ ਆ ਉਹ ਵੀ ਪਾਰਟਿਸਿਪੇਟ ਕਰਨ ਜਾਂ ਕੁਝ ਉਹਨਾਂ ਦੀ ਭਲਾਈ ਵਾਸਤੇ ਇਸ ਪੱਖੋਂ ਜ਼ਰੂਰ ਕੰਮ ਕਰਨ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਮਿਸਿਸ ਦਮਨ ਜੀ ਨੇ ਸਾਨੂੰ ਕਾਫੀ ਆਪਣਾ ਟਾਈਮ ਦਿੱਤਾ ਹੈ ਹਮੇਸ਼ਾ ਦਿੰਦੇ ਆਏ ਆ ਤੇ ਉਹਨਾਂ ਨੇ ਗਲੋਬਲ ਵੀਜ਼ਾ ਬਾਰੇ ਤੁਹਾਨੂੰ ਡਿਟੇਲ 'ਚ ਦੱਸਿਆ ਆ ਤੇ ਅਸੀਂ ਜਿਹੜੇ ਵੀ ਐਡਵਾਈਜ਼ਰੀ ਇੰਡੀਆ ਵਾਸਤੇ ਆਈ ਹੈਗੀ ਆ ਜਾਂ ਜੋ ਵੀ ਸਟੂਡੈਂਟ ਵੀਜ਼ਾ ਦੇ ਫਰਦਰ ਪਲਾਨਸ ਗਵਰਨਮੈਂਟ ਬਣਾ ਰਹੀ ਉਹਦੇ ਬਾਰੇ ਵੀ ਅਸੀਂ ਗੱਲ ਕੀਤੀ ਆ ਤੇ ਅਗਰ ਤੁਸੀਂ ਕੁਝ ਵੀ ਕਿਸੇ ਵੀ ਵੀਜ਼ਾ ਬਾਰੇ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ ਨੰਬਰ ਤੇ WhatsApp ਕਰ ਸਕਦੇ ਹੋ 0414
012345 ਉਹ ਨੰਬਰ ਥੱਲੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ info@oneworldeducation.com.au ਦੇ ਉੱਪਰ ਤੇ ਮਿਸਿਸ ਦਮਨ ਜੀ ਦਾ ਆਫਿਸ 180 ਲੋਗਨ ਰੋਡ ਵੁਲਨਕਾਬਾ ਵਿੱਚ ਹੈਗਾ ਤੇ ਉਹਨਾਂ ਦੀ ਕੰਪਨੀ ਦਾ ਨਾਮ ਵਨ ਵਰਲਡ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਆ। ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਤੇ ਆਪਣੀ ਜੋ ਵੀ ਤੁਹਾਡੀ ਕੋਈ ਇਸ਼ੂਜ਼ ਹੈਗੇ ਆ ਵੀਜ਼ਾ ਨੂੰ ਲੈ ਕੇ ਜਾਂ ਤੁਸੀਂ ਐਕਸਟੈਂਡ ਕਰਾਉਣਾ ਹੈ ਜਾਂ ਤੁਹਾਡਾ ਕੋਈ ਉੱਥੇ ਹੈਗਾ ਜਿਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਅਸੀਂ ਹੋਪ ਕਰਦੇ ਹਾਂ ਜਿੱਦਾਂ ਜਿੱਦਾਂ ਸਾਡਾ ਪ੍ਰੋਗਰਾਮ ਅੱਗੇ ਜਾਊਗਾ ਤੇ ਅਸੀਂ ਹੋਪ ਕਰਦੇ ਹਾਂ ਕਿਸੇ ਦਿਨ ਅਸੀਂ ਇਹ ਵੀ ਗੱਲ ਕਰੀਏ ਕਿ ਬੋਰਡਰਸ ਆਰ ਓਪਨ ਤੇ ਜੋ ਵੀ ਅਸੀਂ ਜਿਹਨਾਂ ਵੀਜ਼ਾ ਬਾਰੇ ਅਸੀਂ ਗੱਲ ਕੀਤੀ ਹੈ ਉਹਨਾਂ ਬਾਰੇ ਕੋਈ ਸਾਨੂੰ ਗੁੱਡ ਨਿਊਜ਼ ਹੋਵੇ ਤੇ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਸਾਡੇ ਪ੍ਰੋਗਰਾਮ 'ਚ ਹਮੇਸ਼ਾ ਹੀ ਦਿੰਦੇ ਆਏ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਵੀ ਤੁਸੀਂ ਕੁਐਸਚਨਸ ਜਾਂ ਕੁਐਰੀਜ਼ ਮਾਈਗ੍ਰੇਸ਼ਨ ਤੋਂ ਰਿਲੇਟਡ ਸਾਡੇ ਕੋਲ ਲੈ ਕੇ ਆਉਂਦੇ ਉਹਨਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਡਿਟੇਲ ਵਿੱਚ ਗੱਲ ਕਰੀਏ ਤੇ ਅਗਰ ਤੁਹਾਨੂੰ ਫਿਰ ਵੀ ਕੁਝ ਡਾਊਟਸ ਹੈਗੇ ਆ ਸਾਡੇ ਪਿਛਲੇ ਟੌਪਿਕਸ ਦੇ ਉੱਪਰ ਜੋ ਅਸੀਂ ਗੱਲ ਕੀਤਾ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੇ ਹਜੇ ਮੈਂ ਤੁਹਾਨੂੰ ਅਲਵਿਦਾ ਕਹਿਣਾ ਚਾਹੁੰਦੀ ਹਾਂ ਸਿਰਫ ਇੱਕ ਵੀਕ ਵਾਸਤੇ। ਅਸੀਂ ਨੈਕਸਟ ਵੀਕ ਫਿਰ ਮਿਲਾਂਗੇ ਤੁਹਾਨੂੰ ਤੁਹਾਡੇ ਆਪਣੇ ਪ੍ਰੋਗਰਾਮ ਮਾਈਗ੍ਰੇਸ਼ਨ ਸੋਲਿਊਸ਼ਨਸ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਧੰਨਵਾਦ ਜੀ। ਥੈਂਕ ਯੂ।